हाँ जी प्यारे बच्चों, ਹੁਣ ਆਪਾਂ ਜੋ ਕਰ ਲੱਗੇ ਹਾਂ ਕਲਾਸ 10th ਸ਼ੀਟ ਨੰਬਰ 8 ਜਿਹੜੀ ਆਪਾਂ ਕੀਤੀ ਸੀ ਉਹਦਾ ਪਾਰਟ 1 ਆਪਾਂ ਕਰ ਚੁੱਕੇ ਹਾਂ। ਹੁਣ ਆਪਾਂ ਪਾਰਟ ਨੰਬਰ 2 ਜਿਹਦੇ ਵਿੱਚ ਦੂਸਰੀ ਟਾਈਪ ਦਾ ਜਿਹੜਾ ਹੈ ਸਵਾਲ ਹੈ ਉਹ ਪੁੱਛਿਆ ਗਿਆ ਹੈ, ਉਹਨੂੰ ਕਿਸ ਤਰ੍ਹਾਂ ਹੱਲ ਕਰਨਾ ਹੈ ਆਓ ਆਪਾਂ ਉਸ ਬਾਰੇ ਸਿੱਖਦੇ ਹਾਂ। ਹੁਣ ਆਪਣਾ ਮਕਸਦ ਕੀ ਹੈ? ਆਪਣਾ ਮਕਸਦ ਹੈ ਇਹ ਪਤਾ ਕਰਨਾ ਬਹੁਪਦ ਦੀ ਇੱਕ ਸਿਫਰ ਪਤਾ ਕਰੋ, ਇੱਕ ਸਿਫਰ ਪਤਾ ਹੈ, ਦੂਸਰੀ ਪਤਾ ਕਰਨੀ ਹੈ। ਮਤਲਬ ਇੱਕ ਬਹੁਪਦ ਦਿੱਤਾ ਹੋਏਗਾ ਜਿਹਦੀ ਇੱਕ ਸਿਫਰ ਵੀ ਦਿੱਤੀ ਹੋਏਗੀ ਤੁਹਾਨੂੰ ਪਤਾ ਹੋਏਗੀ ਤੇ ਦੂਸਰੀ ਤੁਸੀਂ ਪਤਾ ਕਰਨਾ ਹੈ ਜਾਂ ਪਤਾ ਕਰਨੀ ਹੈ। ਆਓ ਵੇਖੀਏ ਕੀ ਹੈ ਸਵਾਲ। ਕਹਿੰਦਾ x ਬਰਾਬਰ ਹੈ -3। ਇਹ ਬਹੁਪਦ x² ਜਮਾ 7x ਜਮਾ 12 ਦੀ ਇੱਕ ਸਿਫਰ ਹੈ ਤੇ ਇਸ ਦੀ ਦੂਸਰੀ ਸਿਫਰ ਪਤਾ ਕਰੋ। ਸੋ ਇਹਦੇ 'ਚ ਇੱਕ ਆਪਣੇ ਕੋਲ ਸਿਫਰ ਦਿੱਤੀ ਹੈ x ਬਰਾਬਰ -3 ਵਾਲੀ ਇੱਕ ਸਿਫਰ ਦਿੱਤੀ ਹੈ ਇਸ ਬਹੁਪਦ ਦੀ, ਠੀਕ ਹੈ। ਤੇ ਦੂਜੀ ਸਿਫਰ ਆਪਾਂ ਜਿਹੜੀ ਹੈਗੀ ਹੈ ਉਹ ਪਤਾ ਕਰਨੀ ਹੈ। ਓਕੇ ਜੀ। ਹੁਣ ਇਹਨੂੰ ਪਤਾ ਕਰਨ ਤੋਂ ਪਹਿਲੇ ਆਪਾਂ ਬਹੁਤ ਹੀ ਇੱਕ ਜਿਹੜੀ ਇੰਪੋਰਟੈਂਟ ਚੀਜ਼ ਨੂੰ ਸਮਝਦੇ ਹਾਂ। ਆਪਾਂ ਸਿਫਰਾਂ 'ਚ ਮੈਂ ਤੁਹਾਨੂੰ ਪਹਿਲਾਂ ਵੀ ਕਰਾ ਚੁੱਕਾ ਅਤੇ ਫਿਰ ਇੱਕ ਵਾਰੀ ਰਿਪੀਟ ਕਰ ਰਿਹਾ ਕਿ ਸਿਫਰਾਂ ਆਪਾਂ ਜਦੋਂ ਬਹੁਪਦ ਦੀ ਗੱਲ ਕਰਨੀ ਹੈ ਦੋ ਤਰ੍ਹਾਂ ਦੀ, ਜਿਹੜੇ ਆਪਣੇ ਕੋਲ ਦੋ ਘਾਤੀ ਬਹੁਪਦ ਦੀ ਆਪਾਂ ਗੱਲ ਕਰਨੀ ਹੈ। ਅਤੇ ਦੋ ਘਾਤੀ ਬਹੁਪਦ ਦੀਆਂ ਦੋ ਹੀ ਸਿਫਰਾਂ ਹੋਣਗੀਆਂ ਜਿਵੇਂ ਕਿ ਆਪਾਂ ਪਹਿਲਾਂ ਪੜ੍ਹ ਚੁੱਕੇ ਹਾਂ। ਤਿੰਨ ਘਾਤੀ ਬਹੁਪਦ ਦੀਆਂ ਤਿੰਨ ਸਿਫਰਾਂ ਹੋਣਗੀਆਂ, ਇੱਕ ਘਾਤੀ ਬਹੁਪਦ ਦੀ ਇੱਕ ਸਿਫਰ ਹੋਵੇਗੀ। ਇਸੇ ਤਰ੍ਹਾਂ ਜਿੰਨੇ ਘਾਤੀ ਬਹੁਪਦ ਹੈ ਉਨੀਆਂ ਹੀ ਸਿਫਰਾਂ ਹੋਣਗੀਆਂ। ਹੁਣ ਇੱਥੇ ਆਪਾਂ ਵੇਖ ਸਕਦੇ ਹਾਂ ਆਪਣੇ ਕੋਲ ਦੋ ਘਾਤੀ ਬਹੁਪਦ ਹੈ ਕਿਉਂਕਿ ਇਹਦੀ ਮੈਕਸੀਮਮ ਘਾਤ ਜਿਹੜੀ ਹੈਗੀ ਹੈ 2 ਹੈ, ਜ਼ਿਆਦਾ ਤੋਂ ਜ਼ਿਆਦਾ ਘਾਤ 2 ਹੈ। ਹੁਣ ਵਾਪਸ ਆ ਜਾਈਏ। ਹੁਣ ਇਹ ਆਪਾਂ ਜੀ ਕੰਸੈਪਟ ਕਰਦੇ ਪਏ, ਸਵਾਲ ਤੇ ਆਪਾਂ ਆਉਂਦੇ ਹਾਂ ਬਾਅਦ ਚੋਂ, ਪਹਿਲਾਂ ਥੋੜ੍ਹਾ ਕੰਸੈਪਟ ਸਮਝਣਾ ਜ਼ਰੂਰੀ ਹੈ। ਸੋ ਦੋ ਘਾਤੀ ਬਹੁਪਦ ਦੋ ਸਿਫਰਾਂ ਲੈ ਲਈਆਂ ਆਪਾਂ, ਇੱਕ ਅਲਫਾ, ਇਹਨੂੰ ਪਹਿਲੇ ਵਾਲੇ ਨੂੰ ਅਲਫਾ ਕਹਿੰਦੇ ਆ ਮੈਂ ਤੁਹਾਨੂੰ ਦੱਸਿਆ, ਦੂਜੇ ਵਾਲੇ ਨੂੰ ਬੀਟਾ ਕਹਿੰਦੇ ਆ। ਮੈਂ ਇੱਕ ਵਾਰੀ ਪੰਜਾਬੀ 'ਚ ਵੀ ਤੁਹਾਡੀ ਮਦਦ ਲਈ ਲਿਖ ਦੇਣਾ, ਐੜਾ ਲੱਲਾ ਫੱਫੇ ਕੰਨਾ ਇਹ ਹੈ ਅਲਫਾ, ਠੀਕ ਹੈ। ਅਤੇ ਬੱਬੇ ਬਿਆਰੀ ਟੈਂਗੇ ਕੰਨਾ ਇਹ ਹੈ ਬੀਟਾ। ਸੋ ਅਲਫਾ ਅਤੇ ਬੀਟਾ ਆਪਣੇ ਕੋਲ ਦੋ ਚੀਜ਼ਾਂ ਜਿਹੜੀਆਂ ਹੈਗੀਆਂ ਇਹਦੇ 'ਚ, ਇਹਨੂੰ ਆਪਾਂ ਕਹਿੰਦੇ ਹਾਂ। ਸੋ ਅਲਫਾ ਪਹਿਲੀ ਜ਼ੀਰੋ ਹੈ, ਬੀਟਾ ਦੂਸਰੀ ਜ਼ੀਰੋ ਹੈ ਅਤੇ ਇਹਨਾਂ ਦਾ ਜੋੜ ਆਪਣੇ ਕੋਲ ਮੈਂ ਤੁਹਾਨੂੰ ਪਹਿਲਾਂ ਵੀ ਇਹ ਫਾਰਮੂਲਾ ਕਰਾਇਆ ਹੈ। ਅਲਫਾ ਜਮਾ ਬੀਟਾ ਦਾ ਜੋੜ ਆਉਂਦਾ ਹੈ -b/a, ਠੀਕ ਹੈ। ਜਿਹੜੀ ਆਪਣੀ ਜਨਰਲ ਇਕੁਏਸ਼ਨ ਹੁੰਦੀ ax² ਜਮਾ bx ਜਮਾ c, ਉੱਥੋਂ b ਅਤੇ a ਦੀ ਆਪਾਂ ਵੈਲਿਊ ਜਿਵੇਂ ਅੱਗੇ ਪਤਾ ਕਰਦੇ ਆ ਰਹੇ ਹਾਂ। ਅਤੇ ਉਵੇਂ ਇਹ ਦੋਨਾਂ ਜਿਹੜੀ ਜ਼ੀਰੋਆਂ ਦਾ ਜੇ ਗੁਣਨਫਲ ਦੀ ਗੱਲ ਕਰੀਏ ਅਲਫਾ ਬੀਟਾ, ਉਹਦਾ ਫਾਰਮੂਲਾ ਹੁੰਦਾ ਹੈ ਬਰਾਬਰ c/a। ਇਹ ਆਪਾਂ ਪਹਿਲਾਂ ਡੀਲ ਕਰ ਚੁੱਕੇ ਹਾਂ, ਠੀਕ ਹੈ। ਜਿਹੜੇ ਬੱਚੇ ਨੂੰ ਨਹੀਂ ਪਤਾ ਹੈ ਉਹਨਾਂ ਨੂੰ ਵੀ ਮੈਂ ਰਿਵੀਜ਼ਨ ਕਰਾਤੀ ਹੈ ਇਸ ਵੀਡੀਓ 'ਤੇ। ਸਵਾਲ ਨੂੰ ਜੇ ਇੰਨੀ ਸਮਝ ਲੱਗ ਗਈ ਹੈ ਫਿਰ ਹੀ ਵੀਡੀਓ ਨੂੰ ਅੱਗੇ ਵਧਾਓ, ਨਹੀਂ ਤਾਂ ਵੀਡੀਓ ਨੂੰ ਬੈਕ ਲਿਜਾ ਕੇ ਪਹਿਲਾਂ ਇੰਨਾ ਕੰਸੈਪਟ ਸਮਝੋ ਕੀ ਆਪਾਂ ਕੀਤਾ ਹੈ। ਕਿ ਆਪਣੇ ਕੋਲ ਆਪਣਾ ਮਕਸਦ ਕੀ ਹੈ, ਇੱਕ ਸਿਫਰ ਪਤਾ ਹੈ, ਦੂਜੀ ਪਤਾ ਕਰਨੀ ਹੈ। ਆਪਣੇ ਕੋਲ ਦੋ ਘਾਤੀ ਬਹੁਪਦ ਦੀਆਂ ਦੋ ਹੀ ਸਿਫਰਾਂ ਹੋਣਗੀਆਂ ਅਲਫਾ ਅਤੇ ਬੀਟਾ। ਅਲਫਾ ਅਤੇ ਉਹਨਾਂ ਦਾ ਜੋੜ ਹੋਏਗਾ -b/a ਅਤੇ ਉਹਨਾਂ ਦੀ ਗੁਣਾ ਹੋਏਗੀ c/a। ਇਹ ਆਪਾਂ ਨੂੰ ਬਿਲਕੁਲ ਯਾਦ ਰੱਖਣਾ ਪਏਗਾ। ਹੁਣ ਆਓ ਚੱਲੀਏ ਸਵਾਲ 'ਤੇ। ਹੁਣ ਸਵਾਲ 'ਚ ਉਹੀ ਸਭ ਤੋਂ ਪਹਿਲੇ ਹਰ ਸਵਾਲ ਦਾ ਬਹੁਪਦ ਜਿਵੇਂ ਆਪਾਂ ਪਿਛਲੇ ਪਾਰਟ 'ਚ ਵੀ ਕੀਤਾ ਸੀ ਅਤੇ ਉਸ ਤੋਂ ਪਹਿਲਾਂ ਵੀ ਆਪਾਂ ਕਰਦੇ ਆ ਰਹੇ ਹਾਂ। ਦੋ ਘਾਤੀ ਬਹੁਪਦ ਦਾ ਕੁਛ ਵੀ ਪਤਾ ਕਰਨਾ ਹੋਵੇ ਪਹਿਲੇ ਸਭ ਤੋਂ ਪਹਿਲੇ ਆਪਾਂ ਇੱਕ ਜਨਰਲ ਇਕੁਏਸ਼ਨ ਦੋ ਘਾਤੀ ਦੀ ਲਿਖ ਲੈਂਦੇ ਹਾਂ। ਉਹ ਕਿਹੜੀ ਹੈ? ਆਪਾਂ ਨੂੰ ਪਤਾ ਹੈ, ਬਹੁਤ ਵਾਰੀ ਲਿਖ ਚੁੱਕੇ ਹਾਂ, ax² ਜਮਾ bx ਜਮਾ c। ਹੁਣ ਉਹ ਵੀ ਫਿਰ ਕੀ ਕਰਦੇ, ਕੰਪੇਅਰ। a ਦੀ ਮੁੱਲ ਕਿੰਨਾ ਆ 1, b ਦਾ ਮੁੱਲ ਕਿੰਨਾ ਹੈ 7 ਅਤੇ c ਦਾ ਮੁੱਲ ਕਿੰਨਾ ਹੈ 12। ਸੋ a ਦਾ ਮੁੱਲ 1, b ਦਾ 7, c ਦਾ 12 ਮੁੱਲ ਆ ਜਾਂਦਾ ਹੈ। ਸੋ ਇਹ ਮੁੱਲ ਤੁਸੀਂ ਆਪਣੇ ਕੋਲ ਰੱਖ ਲੈਣਾ ਹੈ। ਹੁਣ ਆਪਾਂ ਇਹ ਆਪਣੇ ਕੋਲ ਜਿਹੜਾ ਸਵਾਲ ਹੈ ਕਿ ਇੱਕ ਸਿਫਰ -3 ਦਿੱਤੀ ਹੈ ਇਸ ਬਹੁਪਦ ਦੀ ਅਤੇ ਦੂਸਰੀ ਸਿਫਰ ਪਤਾ ਕਰਨੀ ਹੈ। ਆਓ ਆਪਾਂ ਮੰਨ ਲੈਂਦੇ ਕਿ ਜਿਹੜੀ ਸਿਫਰ ਪਤਾ ਹੈ, ਜਿਵੇਂ ਮੈਂ ਆਪਾਂ ਉਹਨੇ ਸਿਫਰਾਂ ਦਾ ਨਾਂ ਲਿੱਤਾ ਕਿ ਅਲਫਾ ਅਤੇ ਬੀਟਾ। ਅਲਫਾ ਅਤੇ ਬੀਟਾ ਦੋ ਸਿਫਰਾਂ ਤੁਸੀਂ ਲੈਣੀਆਂ ਹੈ ਅਤੇ ਇੱਕ ਮੈਂ ਪਹਿਲੀ ਜਿਹੜੀ ਮੈਨੂੰ ਪਤਾ ਹੈ ਮੈਂ ਮੰਨ ਲੈਣਾ ਉਹਦਾ ਨਾਮ ਅਲਫਾ। ਤੁਸੀਂ ਬੀਟਾ ਵੀ ਲੈ ਸਕਦੇ ਹੋ, ਚਲੋ ਮੈਂ ਪਹਿਲਾਂ ਅਲਫਾ ਆਉਂਦਾ ਤਾਂ ਇਸ ਲਈ ਮੈਂ ਅਲਫਾ ਮੰਨ ਲਿਆ। ਉਹਦੇ 'ਚ ਆਪਣੇ ਕੋਈ ਹਾਰਡ ਐਂਡ ਫਾਸਟ ਰੂਲ ਨਹੀਂ ਹੈਗਾ, ਤੁਹਾਡੀ ਆਪਦੀ ਇੱਛਾ 'ਤੇ ਹੈ। ਸੋ ਅਲਫਾ ਮੈਂ ਮੰਨ ਲਿਆ -3 ਹੈ। ਹੁਣ ਮੈਨੂੰ ਪਤਾ ਹੈ ਕਿ ਦੋ ਸਿਫਰਾਂ ਦਾ ਜੋੜ ਦਾ ਕੀ ਫਾਰਮੂਲਾ ਹੈ। ਮੈਂ ਹੁਣੇ ਤੁਹਾਨੂੰ ਕਿਹਾ ਸੀ ਯਾਦ ਕਰ ਲੈਣਾ, ਅਲਫਾ ਜਮਾ ਬੀਟਾ ਬਰਾਬਰ ਹੈ -b/a। ਇਹ ਫਾਰਮੂਲਾ ਮੇਰੇ ਨਾਲ 3 ਵਾਰੀ ਰਿਪੀਟ ਕਰੋ, ਅਲਫਾ ਜਮਾ ਬੀਟਾ ਬਰਾਬਰ ਹੈ -b/a। ਅਲਫਾ ਜਮਾ ਬੀਟਾ ਬਰਾਬਰ ਹੈ -b/a, ਠੀਕ ਹੈ। ਇਹਨੂੰ ਯਾਦ ਕਰ ਲੈਣਾ। ਹੁਣ ਕੁਛ ਨਹੀਂ ਰਹਿ ਗਿਆ, ਸਿਰਫ ਮੁੱਲ ਪਤਾ ਪੁੱਟ ਕਰਨੇ ਰਹਿ ਗਏ ਨੇ ਅਤੇ ਆਪਣੇ ਕੋਲ ਆਨਸਰ ਸੋਲਵ ਕਰਕੇ ਆਨਸਰ ਸਾਹਮਣੇ ਆ ਜਾਏਗਾ। ਵੇਖੋ ਕਿਵੇਂ। ਅਲਫਾ ਆਪਾਂ ਕੀ ਮੰਨਿਆ -3, ਸੋ ਅਲਫਾ ਦਾ ਮੁੱਲ ਮੈਂ -3 ਪਾਤਾ ਜਮਾ ਬੀਟਾ ਬਰਾਬਰੇ ਉਵੇਂ ਦਾ ਉਵੇਂ ਫਾਰਮੂਲਾ ਚੱਲਦਾ, ਮਾਈਨਸ ਦਾ ਮਾਈਨਸ ਪਾਤਾ, ਬੀ ਦਾ ਮੁੱਲ ਉੱਤੋਂ ਲੈ ਲੈਣਾ ਕਿੰਨਾ ਆਪਣੇ ਕੋਲ 7, b ਮੈਂ 7 ਪਾਤਾ ਬਟਾ a ਆ ਬਟਾ a ਦਾ ਮੁੱਲ ਉੱਤੋਂ ਲੈ ਲਿਆ ਕਿੰਨਾ ਹੈ, a ਦਾ ਮੁੱਲ 1 ਹੈ, ਇੱਥੇ ਮੈਂ 1 ਲਿਖਤਾ। ਓਕੇ ਨਾ ਹੁਣ ਕੀ ਹੈ -3 ਉਵੇਂ ਦਾ ਉਵੇਂ ਜਮਾ ਵੀ ਉਵੇਂ ਬੀਟਾ ਵੀ ਉਵੇਂ ਬਰਾਬਰੀ ਵੀ ਉਵੇਂ ਮਾਈਨਸ ਵੀ ਉਵੇਂ 7/1 ਥੋੜ੍ਹਾ ਲਿਖੋ ਨਾ ਲਿਖੋ ਕੋਈ ਪੰਗਾ ਨਹੀਂ, ਇਸ ਲਈ ਮੈਂ ਇਕੱਲਾ -7 ਕਰਤਾ।
ਹੁਣ ਮੈਨੂੰ ਸੋਲਵ ਕਰਨਾ ਹੈ। ਮੈਨੂੰ ਵੇਖ ਰਿਹਾ ਕਿ -3 ਇੱਧਰ ਦਾ ਪਿਆ ਹੋਇਆ ਹੈ ਅਤੇ ਮੈਂ ਇਕੱਲਾ ਮੈਨੂੰ ਬੀਟੇ ਦਾ ਮੁੱਲ ਚਾਹੀਦਾ, ਇਸ ਲਈ ਮੈਂ -3 ਨੂੰ ਬੀਟੇ ਤੋਂ ਚੱਕ ਕੇ ਪਰਾਂ ਲੈ ਜਾਵਾਂਗਾ, ਮਤਲਬ ਪਰਾਂ ਮਤਲਬ ਬਰਾਬਰੇ 'ਤੇ ਉੱਧਰ ਲੈ ਜਾਵਾਂਗਾ। ਅਤੇ ਮੈਨੂੰ ਪਤਾ ਹੈ -3 ਹੈ, -3 ਜਦੋਂ ਬਰਾਬਰੇ 'ਤੇ ਉੱਧਰ ਜਾ ਕੇ ਇਹ ਕੀ ਹੋ ਜਾਂਦਾ ਹੈ, +3 ਹੋ ਜਾਂਦਾ ਹੈ। ਸੋ ਬੀਟੇ ਦਾ ਮੁੱਲ ਕੀ ਆ ਗਿਆ, -7 ਦੇ ਸੱਜੇ ਪਾਸੇ ਹੈਗਾ ਹੀ ਹੈਗਾ ਸੀ, ਅਤੇ -3 ਉੱਧਰੋਂ ਆ ਕੇ +3 ਹੋ ਗਿਆ। ਸਾਈਨ ਮੂਹਰੇ ਲੱਗਦਾ ਹੈ, ਧਿਆਨ ਰੱਖਣਾ ਹੈ। ਸੋ -7 ਜਮਾ 3 ਆਪਾਂ ਨੂੰ ਪਤਾ ਇੱਕ ਚੀਜ਼ ਮਾਈਨਸ ਦਾ ਹੈ ਅਤੇ ਇੱਕ ਜਮਾ ਦਾ ਹੈ, ਅਤੇ ਇੱਕ ਮਾਈਨਸ ਚੀਜ਼ ਇਹਨੇ ਘਟਾਓ ਹੀ ਕਰਾਂਗੇ, ਅਤੇ ਸਾਈਨ ਜਿਹੜਾ ਵੱਡਾ ਹੁੰਦਾ ਲੱਗਦਾ ਹੈ। ਸੋ ਇਹਦਾ ਆ ਜਾਏਗਾ -4 ਘਟਾਓ ਕਰਕੇ 7 3 ਗਏ 4, ਸਾਈਨ ਵੱਡੇ ਦਾ b ਬਰਾਬਰ -4, ਸੌਰੀ ਬੀਟਾ ਬਰਾਬਰ -4। ਸੋ ਬੀਟਾ ਬਰਾਬਰ -4 ਮੇਰੇ ਕੋਲ ਮੇਰਾ ਆਂਸਰ ਆ ਗਿਆ ਹੈ। ਸੋ ਇਸ ਸਵਾਲ ਨੂੰ ਤੁਸੀਂ ਇੱਕ ਵਾਰੀ ਪੂਰਾ ਦੇਖ ਸਕਦੇ ਹੋ, ਇਹਨੂੰ ਕਾਪੀ 'ਤੇ ਉਤਾਰ ਲੈਣਾ, ਠੀਕ ਹੈ। ਹੁਣ ਇਹਦੇ ਨਾਲ ਦਾ ਮੈਂ ਤੁਹਾਨੂੰ ਇੱਕ ਸਵਾਲ ਹੋਰ ਆਪ ਕਰਦੇ ਹਾਂ ਆਪਾਂ ਹੁਣੇ ਪ੍ਰੈਕਟਿਸ ਲਈ ਨਾ। ਹੁਣ ਕਹਿੰਦਾ x ਬਰਾਬਰ 9 ਬਹੁਪਦ x² -b ਹੈ 5x -36 ਦੀ ਇੱਕ ਸਿਫਰ ਹੈ, ਇਸ ਦੀ ਦੂਸਰੀ ਸਿਫਰ ਪਤਾ ਕਰੋ। ਸੋ ਸਭ ਤੋਂ ਪਹਿਲਾਂ ਉਹੀ ਆਪਾਂ ਬਹੁਪਦ ਲਿਖ ਲੈਣਾ ਹੈ, x² -5x -36। ਹੁਣ ਉਹੀ ਜਰਨਲ ਬਹੁਪਦ ਨਾਲ ਜਿਹੜਾ ਆਪਣੇ ਕੋਲ ਹੈਗਾ ਹੈ, ਜਰਨਲ ਜਿਹੜਾ 2 ਘਾਤੀ ਬਹੁਪਦ ਹੈ, ਉਹਦੇ ਨਾਲ ਆਪਾਂ ਇਹਨੂੰ ਕੰਪੇਅਰ ਕਰਾਂਗੇ, ਅਤੇ ਇਹਦੇ 'ਚ ਆਪਣੇ ਕੋਲ a ਦੀ ਵੈਲਿਊ ਕਿੰਨੀ ਆ ਜਾਏਗੀ, ਕੁਛ ਨਹੀਂ ਹੈਗਾ ਤਾਂ 1 ਆ ਜਾਂਦੀ ਹੈ, ਅਤੇ b ਦੀ ਵੈਲਿਊ ਹੁਣ ਇੱਥੇ ਤੁਸੀਂ ਧਿਆਨ ਰੱਖਣਾ ਹੈ, ਮੇਰੀ ਜਿਹੜੀ ਜਨਰਲ ਇਕੁਏਸ਼ਨ ਉਹ ਸਾਰੀ ਪਲੱਸ 'ਚ ਹੈ, ਜਿਵੇਂ ਮੈਂ ਤੁਹਾਨੂੰ ਪਿਛਲੇ ਪਾਰਟ 'ਚ ਵੀ ਦੱਸਿਆ ਸੀ, ਅਤੇ ਇੱਥੇ ਮਾਈਨਸ ਹੈ, ਅਤੇ ਇਸ ਲਈ ਮੈਨੂੰ ਮਾਈਨਸ ਦਾ ਕੰਸੀਡਰ ਕਰਨਾ ਹੀ ਪਵੇਗਾ। b ਹੈਗਾ ਹੈ -5, ਓਕੇ ਜੀ। ਅਤੇ ਉਸੇ ਤਰ੍ਹਾਂ ਹੀ c 'ਚ ਵੀ ਮਾਈਨਸ ਵਾਲਾ ਰੋਲਾ ਹੈ, ਸੋ c ਵੀ ਕੀ ਆ ਗਿਆ -36। ਹੁਣ ਤੁਸੀਂ ਦੇਖ ਸਕਦੇ ਹੋ, ਠੀਕ ਹੈ। a ਆ ਗਿਆ ਮੇਰੇ ਕੋਲ 1 ਆ ਗਿਆ, b -5 ਆ ਗਿਆ, ਅਤੇ c ਮੇਰੇ ਕੋਲ ਇੱਧਰ ਮਾਈਨਸ ਦਾ ਹੈ, ਸੋ -36। ਸੋ a b c ਦੀ ਮੈਂ ਤਿੰਨੋਂ ਵੈਲਿਊ ਕੱਢ ਲਈਆਂ। ਹੁਣ ਇਸ ਤੋਂ ਬਾਅਦ ਆਪਾਂ ਕੀ ਕਰਨਾ ਹੈ, ਮੰਨ ਲਓ ਜਿਹੜੀ ਸਿਫਰ ਦਿੱਤੀ ਹੈ ਉਹਦਾ ਆਪਾਂ ਨਾਮ ਲਿਖ ਲੈਂਦੇ ਹਾਂ ਅਲਫਾ। ਕਿੰਨੀ ਦਿੱਤੀ ਹੈ, 9, x ਬਰਾਬਰ 9 ਦਿੱਤਾ ਨਾ। ਅਲਫਾ ਕਿੰਨਾ ਦਿੱਤਾ, ਮੰਨ ਲਓ ਆਪਾਂ ਅਲਫਾ ਦਿੱਤਾ ਹੈ 9, x ਬਰਾਬਰ 9 ਆਪਣੇ ਕੋਲ ਅਲਫਾ ਦਿੱਤਾ ਹੈ। ਹੁਣ ਆਪਣੇ ਕੋਲ ਸਿਰਫ ਪਤਾ ਫਾਰਮੂਲਾ, ਆਪਾਂ ਨੂੰ ਪਤਾ ਸਿਫਰਾਂ ਦਾ ਜੋੜ ਦਾ ਕੀ ਫਾਰਮੂਲਾ ਹੁੰਦਾ, 2 ਸਿਫਰਾਂ ਹੋਣਗੀਆਂ, 2 ਘਾਤੀ ਹੈ, ਇਸ ਲਈ 2 ਹੀ ਸਿਫਰਾਂ ਹੋਣਗੀਆਂ, ਕਿਹੜੀਆਂ, ਅਲਫਾ ਅਤੇ ਬੀਟਾ, ਅਤੇ ਉਹਨਾਂ ਦਾ ਜੋੜ ਦਾ ਫਾਰਮੂਲਾ ਆਪਾਂ ਨੂੰ ਕੀਤਾ ਸੀ ਉਹਨੇ -b/a। ਬਸ ਉਹਨਾਂ ਵੈਲਿਊ ਪੁੱਟ ਕਰਨੇ ਰਹਿ ਗਈਆਂ। ਅਲਫਾ ਆਪਾਂ 9 ਮੰਨਿਆ, ਜਮਾ ਬੀਟਾ ਆਪਾਂ ਕੱਢਣਾ ਹੈ, -b ਕਿੰਨਾ ਹੈ। ਹੁਣ ਦੇਖੋ b ਜਿਹੜਾ ਆ ਮਾਈਨਸ ਮੈਂ ਲਾਇਆ ਫਾਰਮੂਲੇ ਵਾਲਾ ਲਾਇਆ, ਹਜੇ ਤਾਂ ਮੈਂ b ਦੀ ਵੈਲਿਊ ਵੇਖੀ ਨਹੀਂ, ਵੇਖ ਲੱਗਾ, ਸੋ ਭੁਲੇਖਾ ਨਹੀਂ ਖਾਣਾ ਹੈ। ਤਾਂ b ਕਿੰਨਾ ਹੈ, -5 ਹੈ, ਸੋ -5 ਹੀ ਤੁਸੀਂ ਲਿਖਣਾ ਹੈ। ਇਹ ਨਾ ਸੋਚੋ ਕਿ ਪਹਿਲਾਂ ਮਾਈਨਸ ਲਿਖਿਆ ਹੋਇਆ ਅਤੇ ਨਹੀਂ ਲਿਖਿਆ, ਗਲਤ ਹੋ ਜਾਂਦਾ ਹੈ। ਸੋ 2 ਮਾਈਨਸ ਆਪਾਂ ਨੂੰ ਪਤਾ ਇਕੱਠੇ ਨਹੀਂ ਪਾਉਣੇ, ਆਪਾਂ ਬਟਾ a ਕਿੰਨਾ ਹੈ ਆਪਣੇ ਕੋਲ 1 ਹੈ, ਸੋ 9 ਜਮਾ ਬੀਟਾ ਬਰਾਬਰ ਹੈ। ਹੁਣ ਸੋਲਵ ਕਰੀਏ, ਮਾਈਨਸ ਪਲੱਸ ਹੋ ਜਾਂਦਾ ਹੈ, ਇਹ ਪਲੱਸ ਦੇ 5 ਹੈ, ਸੋ ਬਟਾ 1 ਲਿਖੋ ਨਾ ਲਿਖੋ ਕੋਈ ਪੰਗਾ ਨਹੀਂ, ਆਪਣੇ ਕੋਲ ਇਹ ਆ ਗਿਆ ਹੈ। ਸੋ ਬੀਟਾ ਹੈਗਾ ਹੈ ਇਹ 5 ਜਮਾ ਦਾ ਆਪਾਂ ਬੀਟਾ ਦੇ ਮੁੱਲ ਕੱਢਣਾ ਹੈ। ਹੁਣ 9 ਹੈ, 9 ਦੇ ਮੂਹਰੇ ਕੋਈ ਸਾਈਨ ਨਾ ਹੋਵੇ, ਜਿੰਦੇ ਮੂਹਰੇ ਕੋਈ ਸਾਈਨ ਨਹੀਂ ਹੁੰਦਾ ਬਾਈ ਡਿਫਾਲਟ, ਆਪਾਂ ਨੂੰ ਪਤਾ ਪਲੱਸ ਦਾ ਹੁੰਦਾ ਹੈ। ਹੁਣ ਇਹ ਪਲੱਸ ਦਾ 9 ਹੈ, ਉੱਧਰ ਜਾ ਕੇ ਕੀ ਹੋ ਜਾਏਗਾ, ਮਾਈਨਸ ਦਾ 9, ਠੀਕ ਹੈ। ਆਮ ਤੌਰ 'ਤੇ ਬੱਚੇ ਕੀ ਗਲਤੀ ਕਰਦੇ ਨੇ, ਜਦੋਂ ਉੱਧਰ ਲੈ ਕੇ ਜਾਂਦੇ ਨੇ ਉਹ ਕੀ ਕਰਦੇ ਨੇ, ਇਸ ਤਰ੍ਹਾਂ ਲਾ ਦਿੰਦੇ ਨੇ, ਮਾਈਨਸ ਦਾ 9 ਹੁੰਦਾ ਅਤੇ 9 -5 ਲਾ ਦਿੰਦੇ ਨੇ। ਇਹ ਬਿਲਕੁਲ ਹੀ ਗਲਤ ਅਪਰੋਚ ਹੈ, ਇਸ ਤਰ੍ਹਾਂ ਤੁਸੀਂ ਨਾ ਕਰਿਆ ਕਰੋ। ਸੋ ਪਲੱਸ ਦਾ ਪਲੱਸ ਦਾ 9 ਹੈ, ਉੱਧਰ ਜਾ ਕੇ ਮਾਈਨਸ ਦਾ 9 ਹੋਏਗਾ। ਆਪਾਂ ਬੋਲਦੇ ਕੀ ਪਏ ਹਾਂ ਵੇਖੋ ਨਾ, ਪਲੱਸ ਦਾ 9 ਜਾ ਕੇ ਮਾਈਨਸ ਦਾ 9, ਸੋ ਮਾਈਨਸ ਕਿੱਥੇ ਆਇਆ, 9 ਦੇ ਮੂਹਰੇ ਆਇਆ। ਸੋ ਇਸ ਚੀਜ਼ ਦਾ ਤੁਸੀਂ ਧਿਆਨ ਦੇਣਾ ਹੈ। ਸੋ ਇਹਦੇ 'ਚੋਂ ਜਦੋਂ ਆਪਾਂ ਘਟਾਵਾਂਗੇ 5 ਚੋਂ 9 ਗਏ, ਆਪਾਂ ਦੇ ਇੱਕ ਜਮਾ ਦਾ ਇੱਕ ਮਾਈਨਸ ਦਾ ਘਟਾਓ ਹੋਏਗੀ 4, ਪਰ ਨਿਸ਼ਾਨ ਵੱਡੇ ਵਾਲਾ ਮਾਈਨਸ ਦਾ ਲੱਗੇਗਾ, ਕਿਉਂਕਿ ਇੱਥੇ 9 ਦੇ ਮੂਹਰੇ ਮਾਈਨਸ ਉਹ ਵੱਡਾ ਹੈ, ਜਿਹੜੀ ਸੰਖਿਆ ਵੱਡੀ ਹੈ ਉਹਦੇ ਮੂਹਰੇ ਵਾਲਾ ਨਿਸ਼ਾਨ ਦੀ ਚੱਲਦੀ ਹੈ। ਸੋ ਆਪਣੇ ਕੋਲ ਮਾਈਨਸ, ਸੋ ਬੀਟਾ ਆਪਣੇ ਕੋਲ ਆ ਗਿਆ -4 ਆਪਣੇ ਕੋਲ ਆ ਗਿਆ ਹੈ। ਸੋ ਇਸ ਤਰ੍ਹਾਂ ਇਹ ਵੀ ਸਵਾਲ ਪੂਰਾ ਹੈ। ਸੋ ਇਹ ਸਵਾਲ ਬਹੁਤ ਹੀ ਸੌਖਾ ਹੈ, ਤੁਸੀਂ ਇਹਨੂੰ ਧਿਆਨ ਨਾਲ ਦੇਖ ਲਓ, ਠੀਕ ਹੈ। ਮੈਂ ਤੁਹਾਨੂੰ ਬਰੀਕੀਆਂ ਨਾਲ ਇਹ ਸਵਾਲ ਸਮਝਾ ਦਿੱਤਾ ਹੈ, ਇਹਨੂੰ ਇੱਕ ਵਾਰੀ ਫੇਰ ਦੇਖੋ, ਅਤੇ ਇਸ ਤੋਂ ਬਾਅਦ ਜਿਹੜਾ ਹੋਮਵਰਕ ਹੈ ਉਹ ਤੁਹਾਡਾ ਥੱਲੇ ਦਿੱਤਾ ਹੈ, ਇਹਨੂੰ ਤੁਸੀਂ ਨੋਟ ਕਰ ਲੈਣਾ। ਉਹ ਕਹਿੰਦਾ x ਬਰਾਬਰ -2 ਬਹੁਪਦ x² ਜਮਾ 7x ਜਮਾ 10 ਦੀ ਇੱਕ ਸਿਫਰ ਹੈ, ਇਸ ਦੀ ਦੂਸਰੀ ਸਿਫਰ ਪਤਾ ਕਰੋ। ਇਹ ਸਵਾਲ ਤੁਸੀਂ ਕਰਕੇ ਮੈਨੂੰ ਕਲਿੱਕ ਕਰਕੇ ਤੁਸੀਂ ਮੈਨੂੰ ਭੇਜ ਦੇਣਾ ਹੈ, ਠੀਕ ਹੈ। ਓਕੇ ਬੇਟਾ, ਥੈਂਕ ਯੂ ਵੈਰੀ ਮੱਚ।